ਵਾਹਿਗੁਰੂ ਸਾਹਿਬ ਜੀ। ਸ਼ਬਦ ਗੁਰੂ ਗੁਰ ਵਾਹੋ, ਗੁਰਮੁਖ ਪਾਇਆ। ਚੇਲਾ ਸੁਰਤ ਸਮਾਹੋ, ਅਲਖ ਲਖਾਇਆ। ਗੁਰ ਚੇਲੇ ਵੀਵਾਹੋ, ਤੁਰੀ ਚੜਾਇਆ। ਗਹਿਰ ਗੰਭੀਰ ਅਥਾਹੋ, ਅਜਰ ਜਰਾਇਆ। ਸੱਚਾ ਵੇ ਪਰਵਾਹੋ, ਸੱਚ ਸਮਾਇਆ। ਪਾਤਸ਼ਾਹ ਪਾਤਸ਼ਾਹ, ਹੁਕਮ ਚਲਾਇਆ। ਲਓ ਬਾਲੀ ਦਰਗਾਹ, ਭਾਣਾ ਭਾਇਆ। ਸੱਚੀ ਸਿਫਤ ਸਲਾਹ, ਅਪਿਓ ਪੀ ਆਇਆ। ਸ਼ਬਦ ਸੁਰਤ ਅਸਗਾਹੋ, ਅਘੜ ਕਢਾਇਆ। ਸ਼ਬਦ ਸੁਰਤ ਅਸਗਾਹੋ, ਅਘੜ ਕਢਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਭਾਈ ਗੁਰਦਾਸ ਜੀ ਦੀ ਤੀਜੀ ਵਾਰ ਦੀ ਚੌਥੀ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਦੇ ਅੰਦਰ ਗੁਰੂ ਤੇ ਚੇਲੇ ਦੀ ਏਕਤਾ ਸਾਨੂੰ ਦੱਸਦੇ ਹੈ। ਜਦੋਂ ਚੇਲੇ ਦਾ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਤਾਂ ਗੁਰੂ ਮਿਹਰ ਕਰਕੇ ਉਸ ਨੂੰ ਤੁਰੀਆ ਅਵਸਥਾ ਦੇ ਵਿੱਚ ਪਹੁੰਚਾ ਦਿੰਦਾ ਹੈ। ਸੇਵਕ ਨੂੰ, ਚੇਲੇ ਨੂੰ ਪਰਮੇਸ਼ਰ ਦਾ ਭਾਣਾ ਚੰਗਾ ਲੱਗਦਾ ਹੈ, ਜਿਸ ਕਰਕੇ ਉਹ ਰੱਬੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ। ਸ਼ਬਦ ਗੁਰੂ ਗੁਰ ਵਾਹੋ, ਗੁਰਮੁਖ ਪਾਇਆ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਸ਼ਬਦ ਗੁਰੂ ਗੁਰ ਵਾਹੋ। ਗੁਰੂ ਸ਼ਬਦ ਦੇਣ ਵਾਲਾ ਗੁਰੂ, ਵਾਹੋ ਧਨਤਾ ਦੇ ਯੋਗ ਹੈ। ਧਨ ਹੈ ਗੁਰੂ ਜਿਸ ਨੇ ਗੁਰ ਸ਼ਬਦ ਦੀ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੱਕ ਸਤਿਗੁਰੂ ਜਦੋਂ ਸਰੀਰ ਧਾਰ ਕੇ ਵਿਚਰਦੇ ਰਹੇ, ਪਾਤਸ਼ਾਹ ਦੇ ਕੋਲ ਜਗਿਆਸੂ ਕੋਈ ਆਉਂਦਾ ਸੀ, ਮਹਾਰਾਜ ਉਹਨੂੰ ਸ਼ਬਦ ਰਾਹੀਂ ਸਿੱਖਿਆ ਦਿੰਦੇ ਸੀ, ਸ਼ਬਦ ਦਿੰਦੇ ਸਨ। ਜਿਹੜਾ ਗੁਰੂ ਸ਼ਬਦ ਦੇਣ ਵਾਲਾ ਹੈ ਉਹ ਗੁਰੂ ਧਨ ਹੈ। ਦਸਾਂ ਹੀ ਪਾਤਸ਼ਾਹੀਆਂ ਸਤਿਗੁਰਾਂ ਨੇ ਸਾਨੂੰ ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਤੇ ਸ਼ਬਦ ਨੂੰ ਗੁਰਿਆਈ ਬਖਸ਼ੀ, ਸ਼ਬਦ ਦੀ ਤਾਜਪੋਸ਼ੀ ਹੋਈ।
ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਭਾਈ ਸਾਹਿਬ ਗੁਰਦਾਸ ਸਾਹਿਬ ਜੀ ਇੱਥੇ ਫਰਮਾਉਂਦੇ ਨੇ, ਸ਼ਬਦ ਗੁਰੂ ਗੁਰ ਵਾਹੋ। ਗੁਰ ਸ਼ਬਦ ਦੇਣ ਵਾਲਾ ਗੁਰੂ ਧਨ ਹੈ, ਧਨਤਾ ਦੇ ਯੋਗ ਹੈ। ਅਥਵਾ ਵਾਹੋ, ਸ਼ਬਦ ਗੁਰੂ ਦੇਣ ਵਾਲਾ ਗੁਰੂ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਹੈ। ਗੁਰਮੁਖ ਪਾਇਆ, ਤੇ ਉਹ ਗੁਰਮੁਖ ਵੀ ਧਨ ਹੈ, ਜਿਸ ਗੁਰਮੁਖ ਨੇ ਗੁਰੂ ਦੇ ਕੋਲੋਂ ਸ਼ਬਦ ਪ੍ਰਾਪਤ ਕੀਤਾ ਹੈ। ਮਤਲਬ ਗੁਰੂ ਵੀ ਧਨ ਤੇ ਸਿੱਖ ਵੀ ਧਨ। ਸ਼ਬਦ ਗੁਰੂ ਵੀ ਧਨ, ਸ਼ਬਦ ਗੁਰੂ ਦੇਣ ਵਾਲਾ ਗੁਰੂ ਵੀ ਧਨ, ਤੇ ਸ਼ਬਦ ਗੁਰੂ ਨੂੰ ਪ੍ਰਾਪਤ ਕਰਨ ਵਾਲਾ ਗੁਰੂ ਕਾ ਪਿਆਰਾ ਸਿੱਖ ਉਹ ਵੀ ਧਨ ਹੈ। ਚੇਲਾ ਸੁਰਤ ਸਮਾਹੋ, ਅਲਖ ਲਖਾਇਆ। ਜਿਹੜਾ ਗੁਰੂ ਦਾ ਚੇਲਾ ਹੈ, ਗੁਰੂ ਦਾ ਸਿੱਖ ਹੈ, ਸ਼ਬਦ ਨੂੰ ਜਿਹੜਾ ਚੇਲਾ ਹੈ ਉਹ ਆਪਣੀ ਸੁਰਤ ਦੇ ਵਿੱਚ ਵਸਾਉਂਦਾ ਹੈ। ਤੇ ਜਦੋਂ ਸੁਰਤ ਤੇ ਸ਼ਬਦ ਇੱਕ ਮਿਕ ਹੋ ਜਾਂਦੇ ਹੈ ਤਾਂ ਫਿਰ ਉਹ ਸਿੱਖ, ਉਹ ਚੇਲਾ ਅਲੱਖ ਪਰਮਾਤਮਾ ਨੂੰ ਆਪ ਜਾਣ ਲੈਂਦਾ ਹੈ, ਤੇ ਲਖਾਇਆ ਹੋਰਾਂ ਦੇ ਤਾਈਂ ਵੀ ਉਹ ਲਖਾ ਦਿੰਦਾ, ਜਣਾ ਦਿੰਦਾ ਹੈ। ਉਹਨੇ ਆਪ ਵੀ ਪ੍ਰਭੂ ਨੂੰ ਪਛਾਣਿਆ ਹੈ ਤੇ ਹੋਰਾਂ ਦੇ ਤਾਈਂ ਵੀ ਪਰਮੇਸ਼ਰ ਦੀ ਪਛਾਣ ਕਰਵਾਈ ਹੈ। ਹੁਣ ਇੱਥੇ ਗੁਰੂ ਤੇ ਚੇਲੇ ਦੀ ਏਕਤਾ ਭਾਈ ਸਾਹਿਬ ਦੱਸਦੇ ਹੈ। ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਚੇਲਾ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਬਣਦੇ ਹੈ। ਚੇਲਾ ਸੁਰਤ ਸਮਾਹੋ, ਚੇਲੇ ਦੀ ਸੁਰਤ ਸ਼ਬਦ ਦੇ ਵਿੱਚ ਟਿਕੀ ਹੋਈ ਹੈ, ਸਮਾਈ ਹੋਈ ਹੈ, ਜਿਸ ਕਰਕੇ ਉਹਨੇ ਅਲੱਖ ਜੋ ਪਰਮੇਸ਼ਰ ਹੈ, ਜਿਸ ਨੂੰ ਲਖਿਆ ਜਾਣਿਆ ਨਹੀਂ ਜਾ ਸਕਦਾ ਪੂਰਨ ਤੌਰ 'ਤੇ, ਉਹਨੂੰ ਆਪ ਜਾਣਿਆ, ਉਹਦੇ ਨਾਲ ਆਪ ਸਾਂਝ ਪਾਈ ਤੇ ਹੋਰਾਂ ਦੇ ਤਾਈਂ ਵੀ ਜਣਾਇਆ ਹੈ। ਅਸੀਂ ਵੇਖਦੇ ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖਸ਼ਦੇ ਹੈ, ਤੇ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਆ ਜਾਂਦੇ ਹੈ। ਗੁਰੂ ਸਿੱਖਾਂ ਨੂੰ ਸ਼ਬਦ ਉਚਾਰ ਕੇ ਉਪਦੇਸ਼ ਦਿੰਦੇ ਹੈ। ਆਪ ਜਾਣਿਆ ਹੈ ਅਲੱਖ ਨੂੰ ਤੇ ਹੋਰਾਂ ਦੇ ਤਾਈਂ ਵੀ ਜਣਾਇਆ ਹੈ। ਗੁਰ ਚੇਲੇ ਵੀ ਵਾਹੋ, ਤੁਰੀ ਚੜਾਇਆ। ਜਦੋਂ ਚੇਲੇ ਦਾ ਗੁਰੂ ਜੀ ਨਾਲ ਵਿਆਹ ਹੋਇਆ, ਗੁਰ ਚੇਲੇ ਵੀ ਵਾਹੋ, ਗੁਰੂ ਦਾ ਤੇ ਚੇਲੇ ਦਾ ਵਿਆਹ ਹੋਇਆ। ਮਤਲਬ ਜਦੋਂ ਚੇਲੇ ਦਾ ਤੇ ਗੁਰੂ ਦਾ ਮਿਲਾਪ ਹੋਇਆ, ਤੁਰੀ ਚੜਾਇਆ, ਤਾਂ ਗੁਰੂ ਨੇ ਮਿਹਰ ਕਰਕੇ ਉਸ ਨੂੰ ਤੁਰੀ ਕਹਿੰਦੇ ਘੋੜੀ ਨੂੰ, ਘੋੜੀ 'ਤੇ ਚੜਾ ਦਿੱਤਾ। ਹੁਣ ਘੋੜੀ ਕਿਹੜੀ ਹੈ? ਤੁਰੀਆ ਅਵਸਥਾ ਰੂਪ ਘੋੜੀ, ਸਹਿਜ ਪਦ ਦੀ ਘੋੜੀ। ਉਸ ਪਰਮ ਅਵਸਥਾ ਦੀ ਦਾਤ ਗੁਰੂ ਨੇ ਬਖਸ਼ਿਸ਼ ਕਰ ਦਿੱਤੀ। ਜਿਵੇਂ ਵਿਆਹ ਵਾਲੇ ਮੁੰਡੇ ਨੂੰ ਘੋੜੀ 'ਤੇ ਚੜਾਇਆ ਜਾਂਦਾ ਸੀ ਨਾ, ਗੁਰੂ ਨੇ ਇਸ ਤਰ੍ਹਾਂ ਸਿੱਖ ਨੂੰ ਘੋੜੀ 'ਤੇ ਚੜਾ ਦਿੱਤਾ। ਉਹ ਘੋੜੀ ਹੈ ਤੁਰੀਆ ਅਵਸਥਾ ਦੀ, ਐਸੀ ਅਵਸਥਾ ਜਿੱਥੇ ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਉਹ ਐਸੀ ਅਵਸਥਾ ਹੁੰਦੀ ਹੈ। ਸੋ ਗੁਰ ਚੇਲੇ ਵੀ ਵਾਹੋ, ਤੁਰੀ ਚੜਾਇਆ। ਜਦੋਂ ਚੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਵਿਆਹ ਹੋਇਆ, ਮਤਲਬ ਮੇਲ ਹੋਇਆ, ਤਾਂ ਗੁਰੂ ਸਾਹਿਬ ਨੇ ਤੁਰੀਆ ਪਦ ਦੀ ਘੋੜੀ 'ਤੇ ਚੜਾ ਦਿੱਤਾ। ਅਤੇ ਇਤਿਹਾਸ ਵਿੱਚ ਵੀ ਜਦੋਂ ਅਸੀਂ ਪ੍ਰਤੱਖ ਵੇਖਦੇ ਹਾਂ, ਗੁਰੂ ਨਾਨਕ ਸਾਹਿਬ ਜੀ ਅਤੇ ਭਾਈ ਲਹਿਣੇ ਦਾ ਮੇਲ ਹੁੰਦਾ ਹੈ। ਜਦੋਂ ਰਾਹ ਪੁੱਛਦੇ ਨੇ ਆ ਕੇ, ਘੋੜੀ 'ਤੇ ਅਸਵਾਰ ਸਨ ਭਾਈ ਲਹਿਣਾ ਜੀ, ਅਤੇ ਮਹਾਰਾਜ ਆਪ ਹੀ ਦੱਸਦੇ ਨੇ
ਪੁੱਛਣ 'ਤੇ ਵੀ ਪੁਰਖਾ ਇੱਧਰ ਦੀ ਰਸਤਾ ਹੈ, ਅੱਗੇ ਅੱਗੇ ਤੁਰੇ ਆਉਂਦੇ ਹੈ। ਅਤੇ ਅੱਗੇ ਆਪ ਸਭ ਜਾਣਦੇ ਹੋ, ਜਦੋਂ ਭਾਈ ਲਹਿਣਾ ਜੀ ਘੋੜੀ ਬੰਨ੍ਹ ਕੇ ਅੰਦਰ ਜਾ ਕੇ ਮੱਥਾ ਟੇਕਦੇ, ਸਿਰ ਚੁੱਕਦੇ ਆ ਗੁਰੂ ਨਾਨਕ ਸਾਹਿਬ, ਇਹ ਤਾਂ ਉਹੀ ਪੁਰਸ਼ ਨੇ ਜਿਹੜੇ ਮੈਨੂੰ ਰਾਹ ਦੱਸਦੇ ਆਏ ਨੇ। ਖਿਮਾ ਮੰਗਦੇ ਨੇ ਭਾਈ ਲਹਿਣਾ ਜੀ, ਮਹਾਰਾਜ ਤੁਸੀਂ ਤੁਰ ਕੇ ਸੀ, ਮੈਂ ਘੋੜੀ 'ਤੇ ਸਵਾਰ ਸੀ। ਪਾਤਸ਼ਾਹ ਜੀ ਕਹਿੰਦੇ ਨਾਂ ਕੀ ਹੈ? ਮਹਾਰਾਜ ਲਹਿਣਾ ਨਾਂ ਹੈ, ਤੂੰ ਲੈਣਾ ਅਤੇ ਮੈਂ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੁਰੀਆ ਪਦ ਦੀ ਘੋੜੀ 'ਤੇ ਚੜ੍ਹਾ ਦਿੱਤਾ ਮਿਹਰ ਕਰਕੇ। ਗਹਿਰ ਗੰਭੀਰ ਅਥਾਹੋ ਅਜਰ ਜਰਾਇਆ। ਫਿਰ ਜਦੋਂ ਚੇਲਾ ਗੁਰੂ ਦੇ ਬਚਨਾਂ ਦੇ ਉੱਤੇ ਪਹਿਰਾ ਦੇਣ ਲੱਗ ਪੈਂਦਾ ਹੈ, ਗਹਿਰ ਗੰਭੀਰ ਅਥਾਹੋ, ਐਸੀ ਦਾਤ ਮਿਲਦੀ ਹੈ, ਗਹਿਰ ਨਿਰਹਲ ਹੈ, ਗੰਭੀਰ ਡੂੰਘੀ ਹੈ, ਅਥਾਹੋ ਬੇਹਾਥ, ਜਿਹਦਾ ਕੋਈ ਥਾਹ ਨਹੀਂ ਪਾਇਆ ਜਾ ਸਕਦਾ। ਐਸੀ ਅਵਸਥਾ ਜਿਹੜੀ, ਐਸੀ ਸ਼ਕਤੀ ਅਜਰ ਹੈ ਜਿਹੜੀ, ਜਿਹਨੂੰ ਜਰਿਆ ਨਹੀਂ ਜਾ ਸਕਦਾ। ਉਹ ਅਵਸਥਾ, ਉਹ ਅਜਰ ਨਾ ਜਰੀ ਜਾਣ ਵਾਲੀ ਅਵਸਥਾ ਨੂੰ ਗੁਰੂ ਜਰਾ ਦਿੰਦਾ ਹੈ। ਚੇਲਾ ਉਸ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਅਤੇ ਆਪਣੇ ਹਿਰਦੇ ਦੇ ਅੰਦਰ ਨਾ ਜਰੇ ਜਾਣ ਵਾਲੇ ਹਾਲਾਤ ਨੂੰ ਜਰਨ ਦੀ, ਸਹਾਰਨ ਦੀ ਉਹ ਤਾਕਤ ਪੈਦਾ ਕਰ ਲੈਂਦਾ ਹੈ। ਸੱਚਾ ਵੇ ਪਰਵਾਹੋ ਸੱਚ ਸਮਾਇਆ। ਚੇਲਾ ਗੁਰੂ ਅੰਗਦ ਦੇਵ ਮਹਾਰਾਜ ਜੀ ਸੱਚਾ ਵੇ ਪਰਵਾਹੋ, ਸੱਚੇ ਤੇ ਵੇ ਪਰਵਾਹ ਹੋ ਕਰਕੇ ਸੱਚ ਸਮਾਇਆ, ਸੱਚੇ ਪਰਮਾਤਮਾ ਦੇ ਵਿੱਚ ਸਮਾ ਗਏ, ਸੱਚੇ ਦਾ ਹੀ ਰੂਪ ਬਣ ਗਏ। ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨਿਆ, ਸ਼ਬਦ ਦੀ ਕਮਾਈ ਕੀਤੀ, ਸੇਵਾ ਸਿਮਰਨ ਕਰਦਿਆਂ ਬੇਪਰਵਾਹੀ ਸੀ। ਸੱਚ ਨੂੰ ਜਪਦਿਆਂ ਸੱਚ ਸਰੂਪ ਹੋ ਗਏ, ਸੱਚ ਦੇ ਵਿੱਚ ਸਮਾ ਗਏ। ਪਾਤਸ਼ਾਹਾ ਪਾਤਸ਼ਾਹੋ ਹੁਕਮ ਚਲਾਇਆ। ਫਿਰ ਇੰਨੀ ਤਾਕਤ, ਇੰਨੀ ਸ਼ਕਤੀ ਚੇਲੇ ਦੇ ਵਿੱਚ ਆ ਗਈ, ਜਿਹੜੇ ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਉਹਨਾਂ ਦੇ ਸਿਰ ਦੇ ਉੱਤੇ ਵੀ ਚੇਲੇ ਨੇ ਆਪਣਾ ਹੁਕਮ ਚਲਾਇਆ ਹੈ। ਪਾਤਸ਼ਾਹਾਂ ਦੇ ਪਾਤਸ਼ਾਹ ਜਿਹੜੇ ਬ੍ਰਹਮਾ ਵਿਸ਼ਨੂੰ ਮਹੇਸ਼, ਉਹਨਾਂ ਦੇ ਉੱਤੇ ਵੀ ਫਿਰ ਚੇਲੇ ਦਾ ਹੁਕਮ ਚੱਲਿਆ ਹੈ। ਉਹਨੇ ਆਪਣਾ ਹੁਕਮ ਚਲਾਇਆ। ਇਹ ਵੀ ਹੱਥ ਜੋੜ ਕੇ ਗੁਰੂ ਚਰਨਾਂ ਦੇ ਉੱਤੇ ਝੁਕਦੇ ਹੈ ਔਰ ਹੁਕਮ ਮੰਨਦੇ ਹੈ, ਸਾਡੇ ਵਾਸਤੇ ਕੀ ਹੁਕਮ ਹੈ। ਗੁਰੂ ਫਿਰ ਇਹਨਾਂ ਨੂੰ ਹੁਕਮ ਕਰਦਾ ਹੈ। ਸੋ ਇਸ ਤਰ੍ਹਾਂ ਚੇਲੇ ਨੇ ਆਪਣਾ ਹੁਕਮ ਚਲਾਇਆ ਹੈ ਪਾਤਸ਼ਾਹਾਂ ਦੇ ਪਾਤਸ਼ਾਹ ਦੇ ਸਿਰ ਦੇ ਉੱਤੇ ਵੀ। ਲਓ ਬਾਲੀ ਦਰਗਾਹੋ ਭਾਣਾ ਪਾਇਆ। ਲਓ ਬਾਲੀ ਦਰਗਾਹੋ, ਲਓ ਬਾਲੀ ਕਹਿੰਦੇ ਨੇ ਬੇਪਰਵਾਹ, ਜਿਹਨੂੰ ਕਿਸੇ ਦੀ ਪਰਵਾਹ ਨਹੀਂ, ਪਰਮਾਤਮਾ, ਉਹਦੀ ਦਰਗਾਹ ਦੇ ਵਿੱਚ ਚੇਲਾ ਸਤਕਾਰਿਆ ਗਿਆ ਹੈ। ਉੱਥੇ ਚੇਲਾ ਪ੍ਰਵਾਨ ਹੋਇਆ ਹੈ। ਕਿਉਂ ਭਾਣਾ ਪਾਇਆ? ਕਿਉਂਕਿ ਚੇਲੇ ਨੂੰ ਪਰਮਾਤਮਾ ਦਾ ਭਾਣਾ ਚੰਗਾ ਲੱਗਾ ਹੈ। ਉਹ ਰੱਬੀ ਭਾਣੇ ਦੇ ਵਿੱਚ ਰਹਿੰਦਾ ਹੈ, ਕਦੇ ਪਰਮਾਤਮਾ ਨੂੰ ਉਲਾਂਭੇ ਨਹੀਂ ਦਿੰਦਾ, ਕਦੇ ਗਿਲੇ ਸ਼ਿਕਵੇ ਨਹੀਂ ਕਰਦਾ। ਪਰਮੇਸ਼ਰ ਦਾ ਭਾਣਾ ਚੇਲੇ ਨੂੰ ਚੰਗਾ ਲੱਗਾ ਹੈ, ਪਰਮਾਤਮਾ ਦੇ ਭਾਣੇ ਨੂੰ ਮੰਨਦਾ ਹੈ। ਇਸ ਕਰਕੇ ਉਹ ਬੇਪਰਵਾਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਸੱਚੀ ਸਿਫਤ ਸਲਾਹੋ ਅਪਿਓ ਪੀ ਆਇਆ। ਚੇਲੇ ਨੇ ਸੱਚੀ ਸਿਫਤ ਸਲਾਹ ਦਾ ਅੰਮ੍ਰਿਤ ਆਪ ਪੀਤਾ ਅਤੇ ਹੋਰਾਂ ਨੂੰ ਪਿਆਇਆ ਹੈ। ਸੱਚੀ ਸਿਫਤ ਸਲਾਹੋ, ਪਰਮਾਤਮਾ ਦੀ ਵਡਿਆਈ ਕਰਨੀ, ਉਹਦੇ ਗੁਣ ਗਾਉਣੇ, ਸਲੋਤਾ ਕਰਨੀ, ਕੀਰਤਨ ਕਰਨਾ। ਚੇਲੇ ਨੇ ਵਾਹਿਗੁਰੂ ਜੀ ਦੀਆਂ ਸੱਚੀਆਂ ਸਿਫਤਾਂ ਦਾ ਅੰਮ੍ਰਿਤ ਨਾਲੇ ਆਪ ਪੀਤਾ ਅਤੇ ਨਾਲੇ ਹੋਰਾਂ ਨੂੰ ਪਿਆਇਆ। ਮਤਲਬ ਆਪ ਜਪਿਆ ਪਰਮੇਸ਼ਰ ਦਾ ਨਾਮ ਅਤੇ ਹੋਰਾਂ ਦੇ ਤਾਈਂ ਜਪਾਇਆ ਹੈ। ਸ਼ਬਦ ਸੁਰਤ ਅਸਗਾਹੋ ਅਘੜ ਕਢਾਇਆ। ਆਪ ਸ਼ਬਦ ਦੀ ਅਥਾਹ ਸੁਰਤ ਦੇ ਵਿੱਚ ਲੀਨ ਹੋ ਕੇ, ਸ਼ਬਦ ਸੁਰਤ ਅਸਗਾਹੋ, ਗੁਰੂ ਦਾ ਸ਼ਬਦ ਜਿਹੜਾ ਇਹ ਅਸਗਾਹ, ਜਿਹਦਾ ਕੋਈ ਥਾਹ ਨਹੀਂ ਪਾ ਸਕਦਾ, ਡੂੰਘਾ ਹੈ।
ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਜੋੜਿਆ ਅਤੇ ਸੁਰਤ ਨੂੰ ਜੋੜ ਕੇ ਹੋਰ ਅਨੇਕਾਂ ਨੂੰ, ਜਿਹੜੇ ਅਘੜ ਜਿਨ੍ਹਾਂ ਦਾ ਜੀਵਨ ਘੜਿਆ ਹੋਇਆ ਨਹੀਂ ਸੀ, ਉਹਨਾਂ ਦਾ ਵੀ ਜੀਵਨ ਸੋਹਣਾ ਬਣਾ ਦਿੱਤਾ। ਅਘੜ ਘੜਾਇਆ। ਅਘੜ ਕਹਿੰਦੇ ਜਿਹੜੀ ਚੀਜ਼ ਘੜੀ ਨਾ ਹੋਵੇ, ਜਿਨ੍ਹਾਂ ਨੂੰ ਜੀਵਨ ਦੇ ਵਿੱਚ ਕੋਈ ਜਾਚ ਨਾ ਹੋਵੇ। ਚੇਲੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਜਿਹੜੇ ਬੇਸਮਝ ਸਨ, ਉਹਨਾਂ ਨੂੰ ਨਾਮ ਜਪਣ ਵਾਲੇ ਬਣਾ ਦਿੱਤਾ। ਅਘੜ ਘੜਾਇਆ। ਜਿਨ੍ਹਾਂ ਦੇ ਜੀਵਨ ਘੜੇ ਨਹੀਂ ਸੀ, ਉਹਨਾਂ ਦੇ ਜੀਵਨ ਘੜ ਦਿੱਤੇ। ਗੁਰੂ ਦੀ ਸੰਗਤ ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਇੱਥੇ ਜੀਵਨ ਘੜਿਆ ਜਾਂਦਾ ਹੈ। ਜਿਵੇਂ ਟਕਸਾਲ ਦੇ ਵਿੱਚ ਸਿੱਕੇ ਘੜੇ ਜਾਂਦੇ ਨੇ ਨਾ, ਫਿਰ ਉਹ ਘੜੇ ਹੋਏ ਸਿੱਕੇ ਖਜ਼ਾਨੇ ਵਿੱਚ ਪੈ ਕੇ ਪ੍ਰਵਾਨ ਹੋ ਜਾਂਦੇ ਹੈ। ਇਸੇ ਤਰ੍ਹਾਂ ਗੁਰੂ ਦੀ ਸੰਗਤ ਕਰਦਿਆਂ, ਗੁਰਮੁਖਾਂ ਦੀ ਸੰਗਤ ਕਰਦਿਆਂ ਜੀਵਨ ਘੜਿਆ ਜਾਂਦਾ ਹੈ, ਜੀਵਨ ਸੋਹਣਾ ਬਣ ਜਾਂਦਾ ਹੈ। ਫਿਰ ਉਹ ਜੀਵਨ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਉਹ ਪਰਮਾਤਮਾ ਦੇ ਦਰ 'ਤੇ ਕਬੂਲ ਹੋ ਜਾਂਦਾ ਹੈ। ਹੁਣ ਇਸ ਤੋਂ ਅਗਲੀ ਪੌੜੀ ਦੇ ਵਿੱਚ ਭਾਈ ਸਾਹਿਬ ਜੀ ਗੁਰੂ ਦੀ ਸਿੱਖੀ, ਸੇਵਾ, ਇਹਦੇ ਬਾਰੇ ਦੱਸਦੇ ਹੈ। ਗੁਰੂ ਦੀ ਜਿਹੜੀ ਸਿੱਖੀ ਹੈ ਇਹ ਅਮੋਲਕ ਹੈ, ਕਿਤਿਓਂ ਵੀ ਮੁੱਲ ਨਹੀਂ ਮਿਲਦੀ, ਇਹ ਬਾਜ਼ਾਰਾਂ 'ਚੋਂ ਨਹੀਂ ਮਿਲਦੀ। ਇਹ ਤਾਂ ਤਨ ਮਨ ਧਨ ਸਭ ਕੁਝ ਗੁਰੂ ਨੂੰ ਅਰਪਣ ਕਰਨਾ ਪੈਂਦਾ ਹੈ। ਗੁਰੂ ਜਦ ਮਿਹਰ ਦੀ ਨਦਰ ਕਰਦਾ ਹੈ, ਫਿਰ ਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਹੈ। ਮੁੱਲ ਨਾ ਮਿਲੈ ਅਮੋਲ, ਨਾ ਕੀਮਤ ਪਾਈਐ। ਭਾਈ ਸਾਹਿਬ ਜੀ ਫਰਮਾਉਂਦੇ ਹੈ, ਮੁੱਲ ਨਾ ਮਿਲੈ ਅਮੋਲ। ਇਹ ਗੁਰਸਿੱਖੀ ਦਾ ਮਾਰਗ ਜਿਹੜਾ ਹੈ ਇਹ ਅਮੋਲਕ ਹੈ। ਇਹ ਕਿਸੇ ਵੀ ਸੰਸਾਰਕ ਪਦਾਰਥਾਂ ਦੇ ਨਾਲ ਮੁੱਲ ਨਹੀਂ ਮਿਲ ਸਕਦਾ। ਜੇ ਦੁਨੀਆ ਦੇ ਧਨ ਦੌਲਤ ਦੀ ਕੀਮਤ ਦੇ ਨਾਲ ਅਸੀਂ ਕਹੀਏ ਨਾ ਸਿੱਖੀ ਨੂੰ ਖਰੀਦ ਲਈਏ, ਨਹੀਂ, ਸਿੱਖੀ ਨਹੀਂ ਖਰੀਦੀ ਜਾ ਸਕਦੀ। ਜਿਨ੍ਹਾਂ ਨੇ ਸਿੱਖੀ ਕਮਾਈ, ਕਿਤੇ ਉਹਨਾਂ ਨੂੰ ਪੁੱਛ ਕੇ ਵੇਖੋ ਕਿਵੇਂ ਸਿਦਕ ਉਹਨਾਂ ਨੇ ਸਾਬਤ ਰੱਖਿਆ। ਕਿਤੇ ਆਰੇ ਨਾਲ ਚੀਰੇ ਜਾ ਰਹੇ ਨੇ, ਕਿਤੇ ਦੇਗ ਵਿੱਚ ਉਬਾਲੇ ਜਾ ਰਹੇ ਹੈ ਗੁਰੂ ਕੇ ਪਿਆਰੇ। ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਜਾਂਦਾ, ਪਰ ਸਿੱਖੀ ਦਾ ਤਿਆਗ ਨਹੀਂ ਕੀਤਾ। ਭਾਈ ਮਨੀ ਸਿੰਘ ਜੀ ਬੰਦ ਕਟਵਾ ਲੈਂਦੇ ਹੈ, ਸਿੱਖੀ ਨਹੀਂ ਛੱਡਦੇ। ਸਿੱਖੀ ਛੱਡਣ ਵਾਸਤੇ ਬਥੇਰੇ ਲਾਲਚ ਦਿੱਤੇ ਗਏ, ਪਰ ਪਤਾ ਸੀ ਇਹ ਅਮੋਲਕ ਹੈ। ਦੁਨੀਆ ਦਾ ਕੋਈ ਵੀ ਪਦਾਰਥ ਉਹਦੇ ਨਾਲ ਮੁੱਲ ਨਹੀਂ ਪਾਇਆ ਜਾ ਸਕਦਾ ਸਿੱਖੀ ਦਾ। ਕਲਗੀਧਰ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਵਜ਼ੀਰ ਖਾਂ ਸੂਬੇ ਦੀ ਕਚਹਿਰੀ ਦੇ ਵਿੱਚ ਉਸ ਨੂੰ ਮੂੰਹ ਤੋੜ ਜਵਾਬ ਦਿੰਦੇ ਹੈ, ਅਸੀਂ ਸਿੱਖੀ ਨਹੀਂ ਛੱਡਣੀ, ਜਿੰਨੇ ਮਰਜ਼ੀ ਲਾਲਚ ਦੇ, ਸਾਰੇ ਲਾਲਚ ਅਸੀਂ ਜੁੱਤੀ ਦੀ ਨੋਕ 'ਤੇ ਠੁਕਰਾਉਂਦੇ ਹਾਂ। ਸਿੱਖੀ ਦਾ ਕੋਈ ਮੁੱਲ ਨਹੀਂ ਹੈ। ਇਹ ਤਾਂ ਗੁਰੂ ਤਰੁੱਠੇ, ਕਿਰਪਾ ਕਰੇ, ਮਿਹਰ ਕਰੇ ਤਾਂ ਸਿੱਖੀ ਮਿਲਦੀ ਹੈ। ਜੇ ਸਿੱਖੀ ਮੁੱਲ ਮਿਲਦੀ ਹੁੰਦੀ ਤਾਂ ਸੰਸਾਰੀ ਤੌਰ 'ਤੇ ਜਿਹੜੇ ਅਮੀਰ ਨੇ, ਪੈਸੇ ਵਾਲੇ ਨੇ, ਸਿੱਖੀ ਉਹਨਾਂ ਦੇ ਘਰ ਵਿੱਚ ਹੁੰਦੀ, ਗਰੀਬਾਂ ਦੇ ਘਰ ਵਿੱਚ ਸਿੱਖੀ ਨਾ ਹੁੰਦੀ। ਪਰ ਅੱਜ ਦੇ ਜ਼ਮਾਨੇ ਵਿੱਚ ਅਸੀਂ ਵੇਖਦੇ ਹਾਂ, ਸਗੋਂ ਜਿਹੜਾ ਗਰੀਬ ਹੈ ਉਹ ਸਿੱਖੀ ਨੂੰ ਵਧੇਰੇ ਕਮਾਉਂਦਾ ਹੈ। ਮਾਇਆ ਧਾਰੀਅਤ ਅੰਨਾ ਬੋਲਾ ਇਹ ਹਾਲ ਹੋਇਆ ਹੈ। ਮਾਇਆ ਧਾਰੀ ਹੈ ਨਾ ਜਿਹੜਾ, ਉਹਨੂੰ ਬਸ ਮਾਇਆ ਦਾ ਹੀ ਹੰਕਾਰ ਹੈ। ਧਨ ਹੈ, ਪੈਸਾ ਹੈ, ਬਸ ਉਸ ਹਉਮੈ ਦੇ ਵਿੱਚ ਪਿਆ ਹੋਇਆ ਹੈ। ਸਾਡੇ ਲੋਕਾਂ ਦੇ ਮਨ ਵਿੱਚ ਇਹ ਗੱਲ ਬੈਠੀ ਹੋਈ ਹੈ ਨਾ, ਸੰਥਿਆ ਕਰਨੀ, ਪਾਠ ਕਰਨਾ, ਇਹ ਤਾਂ ਗਰੀਬ ਲੋਕਾਂ ਦਾ ਕੰਮ ਆ ਜੀ। ਮੇਰੇ ਪੁੱਤ ਨੂੰ ਤਾਂ 20 ਕਿੱਲੇ ਆਉਂਦੇ ਐ, ਮੈਂ ਕਿਉਂ ਪਾਠੀ ਬਣਾਵਾਂ ਇਸ ਨੂੰ, ਇਹ ਕਿਉਂ ਪਾਠ ਕਰੇ।
ਕਿੰਨੀ ਗਲਤ ਧਾਰਨਾ ਮਨ ਵਿੱਚ ਸੋਚ ਕੇ ਬੈਠੇ ਹੋਏ ਆ ਵੀ ਬਾਣੀ ਪੜ੍ਹਨੀ ਇਹ ਗਰੀਬ ਲੋਕਾਂ ਦਾ ਕੰਮ। ਅਸਲ ਦੇ ਵਿੱਚ ਚਾਅ ਹੋਵੇ ਸਤਿਗੁਰੂ ਦੀ ਬਾਣੀ ਪੜ੍ਹਨ ਦਾ, ਮਨ ਵਿੱਚ ਉਮਾ ਹੋਵੇ ਮੈਂ ਸਤਿਗੁਰੂ ਦੇ ਨਾਲ ਗੱਲਾਂ ਕਰਦਾ ਹਾਂ, ਗੁਰੂ ਜੀ ਮੇਰੇ ਨਾਲ ਬਚਨ ਕਰਦੇ ਨੇ, ਮੈਂ ਗੁਰੂ ਦੀ ਗੋਦ ਵਿੱਚ ਬੈਠਾ ਹੋਇਆ ਹਾਂ। ਸੱਚੇ ਪਾਤਸ਼ਾਹ ਜੀ ਸ਼ਬਦ ਰਾਹੀਂ ਮੈਨੂੰ ਸਿੱਖਿਆ ਬਖਸ਼ਦੇ ਨੇ, ਕਿੰਨੇ ਪਿਆਰ ਦੇ ਨਾਲ ਕਹਿੰਦੇ ਨੇ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਅਸੀਂ ਗਲਤ ਧਾਰਨਾ ਮਨ ਵਿੱਚ ਪਾਲ ਬੈਠੇ ਹਾਂ। ਜਦੋਂ ਸਾਡੇ ਮਨ ਦੇ ਵਿੱਚੋਂ ਇਹ ਗੱਲਾਂ ਨਿਕਲ ਗਈਆਂ, ਉਦੋਂ ਫਿਰ ਸਾਨੂੰ ਸਮਝ ਪਵੇਗੀ ਵੀ ਹਾਂ ਸਤਿਗੁਰੂ ਦੀ ਬਾਣੀ ਇਹ ਤਾਂ ਜੀਵਨ ਮੁਕਤੀ ਦੀ ਦਾਤ ਬਖਸ਼ਦੀ ਹੈ, ਇਹ ਤਾਂ ਸਾਨੂੰ ਗਲਤ ਰਸਤੇ ਦੇ ਉੱਤੇ ਜਾਣ ਤੋਂ ਰੋਕਦੀ ਹੈ। ਇੱਥੇ ਅਮੀਰ ਘਰਾਂ ਦੇ ਕਾਕੇ ਨਸ਼ਿਆਂ ਵਿੱਚ ਪੈ ਕੇ ਤਬਾਹ ਹੁੰਦੇ ਅਸੀਂ ਅੱਖੀਂ ਵੇਖੇ ਹੈ। ਕੀ ਕਰਨਾ ਉਸ ਦੌਲਤ ਨੂੰ, ਕੀ ਕਰਨਾ ਉਸ ਧਨ ਨੂੰ, ਜਦ ਜੀਵਨ ਹੀ ਬਰਬਾਦ ਹੋ ਗਿਆ। ਸਿੱਖੀ ਦਾ ਕੋਈ ਮੁੱਲ ਨਹੀਂ। ਅਸੀਂ ਜਦੋਂ ਸਾਰਾ ਸਿੱਖ ਇਤਿਹਾਸ, ਗੁਰ ਇਤਿਹਾਸ ਪੜ੍ਹਦੇ ਹਾਂ ਅਤੇ ਵੇਖੋ ਕਿੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ, ਸ਼ਹਾਦਤਾਂ ਹੋਈਆਂ। ਉਹ ਵੀ ਸਮਾਂ ਸੀ ਜਦ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਇੱਕ ਸਿੱਖ ਦਾ ਸਿਰ ਲੈ ਕੇ ਕੋਈ ਆਵੇਗਾ, ਇੰਨੇ ਟਕੇ ਦਿੱਤੇ ਜਾਣਗੇ ਉਸ ਨੂੰ। ਜੰਗਲਾਂ ਦੇ ਵਿੱਚ ਰਹਿ ਕੇ ਵੀ ਖਾਲਸੇ ਨੇ ਗੁਜ਼ਾਰਾ ਕੀਤਾ ਹੈ, ਪਰ ਸਿੱਖੀ ਨਹੀਂ ਸੀ ਕਦੇ ਕਿਸੇ ਨੇ ਛੱਡੀ। ਇਹ ਨਹੀਂ ਸੀ ਕਿਹਾ ਵੀ ਮੈਂ ਸਿੱਖੀ ਛੱਡਣ ਲੱਗਾ, ਮੈਂ ਕੇਸ ਕਤਲ ਕਰਵਾਉਣ ਲੱਗਾ। ਸਤਿਗੁਰੂ ਪਾਤਸ਼ਾਹ ਕਲਗੀਧਰ ਜੀ ਤੋਂ ਕੁਝ ਸਮੇਂ ਲਈ ਵਿਛੜੇ ਸਨ ਸਿੰਘ, ਜਿਨ੍ਹਾਂ ਵਿਦਾਵਾ ਦਿੱਤਾ ਸੀ, ਕੋਈ ਬਹੁਤਾ ਲੰਮਾ ਸਮਾਂ ਨਹੀਂ। ਸਿਰਫ ਬਚਨ ਨਹੀਂ ਸੀ ਮੰਨਿਆ। ਇਹ ਨਹੀਂ ਸੀ ਵੀ ਉਹਨਾਂ ਨੇ ਕੇਸ ਕਤਲ ਕਰਵਾ ਦਿੱਤੇ ਸੀ ਜਾਂ ਅੰਮ੍ਰਿਤ ਛੱਡ ਦਿੱਤਾ ਸੀ, ਕਕਾਰ ਲਾ ਦਿੱਤੇ ਸੀ, ਇਹੋ ਜਿਹੀ ਕੋਈ ਗੱਲ ਨਹੀਂ। ਪਰ ਜਦੋਂ ਤੱਕ ਖਿਦਰਾਣੇ ਦੀ ਢਾਬ ਉੱਥੇ ਜਾ ਕੇ ਸ਼ਹਾਦਤਾਂ ਨਹੀਂ ਪ੍ਰਾਪਤ ਕਰ ਲਈਆਂ, ਵਿਦਾਵਾ ਪੜਵਾ ਨਹੀਂ ਲਿਆ, ਮਨ ਦੇ ਵਿੱਚ ਅਹਿਸਾਸ ਹੁੰਦਾ ਰਿਹਾ ਵੀ ਮਨਾ ਗੁਰੂ ਤੋਂ ਵਿਛੜ ਗਏ ਆ, ਲੋਕ ਪਰਲੋਕ ਵਿੱਚ ਢੋਈ ਨਹੀਂ ਮਿਲਣੀ। ਭਾਈ ਮਹਾਂ ਸਿੰਘ ਨੇ ਵਿਦਾਵਾ ਪੜਵਾਇਆ, ਸਤਿਗੁਰੂ ਨੇ ਟੁੱਟੀ ਗੰਢੀ। ਸਿੱਖੀ ਦੀ ਕੋਈ ਕੀਮਤ ਨਹੀਂ ਹੈ। ਭਾਈ ਸਾਹਿਬ ਜੀ ਕਹਿੰਦੇ ਮੁੱਲ ਨਾ ਮਿਲੇ ਅਮੋਲ ਨਾ ਕੀਮਤ ਪਾਈਐ। ਗੁਰੂ ਦੀ ਸਿੱਖੀ ਜਿਹੜੀ ਹੈ ਅਮੋਲ, ਇਹ ਅਮੋਲਕ ਹੈ, ਇਹ ਪੈਸੇ ਦੇ ਵੱਟੇ ਨਹੀਂ ਮਿਲਦੀ। ਨਾ ਕੀਮਤ ਪਾਈ ਹੈ, ਨਾ ਸਿੱਖੀ ਦੀ ਕੀਮਤ ਪਾਈ ਜਾ ਸਕਦੀ ਹੈ। ਇੱਥੇ ਤਾਂ ਆਪਣਾ ਆਪ ਭੇਟ ਕਰਨਾ ਪੈਂਦਾ ਹੈ। ਪਾਏ ਤਰਾਜੂ ਤੋਲ ਨਾ ਅਤੁੱਲ ਤੁਲਾਈਐ। ਦੁਨੀਆ ਦੇ ਵਿੱਚ ਜਿੰਨੇ ਪਦਾਰਥ ਨੇ ਨਾ, ਇਹ ਤਰਾਜੂ ਦੇ ਵਿੱਚ ਤੱਕੜੀ ਵਿੱਚ ਪਾ ਕੇ ਤੋਲੇ ਜਾ ਸਕਦੇ ਹੈ। ਛੋਟੇ ਤੋਂ ਛੋਟੀ ਵਸਤੂ, ਹੌਲੀ ਵਸਤੂ, ਉਹ ਵੀ ਤੋਲੀ ਜਾ ਸਕਦੀ ਹੈ। ਉਹ ਸੋਨਾ ਜਿਹੜਾ ਉਹ ਕਿਤੇ ਵੱਡੀ ਤੱਕੜੀ ਥੋੜ੍ਹੀ ਤੋਲਿਆ ਜਾਂਦਾ, ਛੋਟੇ ਕੰਡੇ ਹੁੰਦੇ ਨੇ ਉਹਨਾਂ ਵਾਸਤੇ। ਛੋਟਾ ਤੋਲ ਹੈ। ਅੱਜ ਦੇ ਜ਼ਮਾਨੇ ਤੁਸੀਂ ਵੇਖਦੇ ਹਾਂ 500-500 ਟਨ, ਇਹਨਾਂ ਭਾਰ ਵੀ ਵੱਡੇ ਕੰਡਿਆਂ 'ਤੇ ਤੋਲਿਆ ਜਾਂਦਾ। ਦੁਨੀਆ ਦੀ ਹਰ ਚੀਜ਼, ਹਰ ਵਸਤੂ ਉਹ ਤੋਲੀ ਜਾਂਦੀ ਹੈ। ਨਾ ਅਤੁੱਲ ਤੁਲਾਈ ਹੈ, ਪਰ ਸਿੱਖੀ ਜਿਹੜੀ ਹੈ ਇਹ ਅਤੁੱਲ ਹੈ। ਇਸ ਨੂੰ ਬੁੱਧੀ ਦੇ ਤਰਾਜੂ ਵਿੱਚ ਪਾ ਕੇ ਤੋਲਿਆ ਨਹੀਂ ਜਾ ਸਕਦਾ। ਨਾ ਤੋਲਿਆ ਜਾ ਸਕਦਾ, ਨਾ ਤੁਲਾਇਆ ਜਾ ਸਕਦਾ ਹੈ। ਇਹ ਸਿੱਖੀ ਐਸੀ ਵੱਡੀ ਮਹਾਨ ਹੈ, ਇਹ ਅਤੋਲ ਹੈ, ਨਾ ਤੋਲੀ ਜਾ ਸਕਦੀ ਹੈ, ਨਾ ਕਿਸੇ ਦੂਜੇ ਦੇ ਪਾਸੋਂ ਤੁਲਾਈ ਜਾ ਸਕਦੀ ਹੈ। ਨਿਜ ਘਰ ਤਖਤ ਅਡੋਲ ਨਾ ਡੋਲ ਡੁਲਾਈਐ। ਅਤੇ ਸਿੱਖੀ ਦੇ ਮਾਰਗ 'ਤੇ ਜਿਹੜੇ ਚੱਲਦੇ ਨੇ, ਇਸ ਮਾਰਗ 'ਤੇ ਚੱਲਣ ਵਾਲੇ ਰਾਹੀਆਂ ਦੀ ਕੇਵਲ ਇੱਕੋ ਹੀ ਇੱਕ ਪਛਾਣ ਹੈ। ਉਹ ਕੀ ਹੈ? ਨਿਜ ਘਰ ਤਖਤ ਅਡੋਲ। ਉਹ ਆਪਣੇ ਹਿਰਦੇ ਦੇ ਤਖਤ ਦੇ ਉੱਤੇ, ਨਿਜ ਘਰ, ਨਿਜ ਘਰ ਦਾ ਅਰਥ ਹੁੰਦਾ ਆਪਣਾ ਘਰ, ਆਪਣੇ ਘਰ ਹਿਰਦੇ ਦੇ ਤਖਤ ਉੱਤੇ ਸਦਾ ਅਡੋਲ ਰਹਿੰਦੇ ਹੈ।
ਨਾ ਡੋਲ ਡੁਲਾਈ ਹੈ। ਡੋਲ ਜੋ ਡੋਲਣ ਵਾਲੀ ਮਾਇਆ ਨਾ, ਉਹਦੇ ਵਿੱਚ ਪੈ ਕੇ ਡੋਲਦੇ ਨਹੀਂ ਹਨ। ਗੁਰੂ ਕੇ ਸਿੱਖ ਉਹ ਅਡੋਲ ਰਹਿੰਦੇ ਨੇ। ਅਡੋਲ ਰਹਿੰਦੇ ਸੀ ਤਾਂ ਹੀ ਸ਼ਹਾਦਤਾਂ ਪ੍ਰਾਪਤ ਕਰ ਗਏ, ਸਿੱਖੀ ਨਹੀਂ ਛੱਡੀ। ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਾਰ ਦਿੱਤਾ ਗਿਆ ਪਰ ਡੋਲੇ ਨਹੀਂ। ਭਾਈ ਸ਼ਾਹਬਾਜ਼ ਸਿੰਘ, ਸ਼ੁਬੇਗ ਸਿੰਘ ਚਰਖੜੀ ਦੇ ਉੱਤੇ ਚੜ੍ਹ ਕੇ ਸ਼ਹੀਦ ਕਰ ਦਿੱਤਾ ਪਰ ਡੋਲੇ ਨਹੀਂ। ਕਿਤੇ ਆਪਣੇ ਦਿਲ ਨੂੰ ਪੁੱਛ ਕੇ ਵੇਖੋ, ਉਹ ਮਾਵਾਂ ਜਿਨ੍ਹਾਂ ਦੀ ਗੋਦ ਦੇ ਵਿੱਚੋਂ ਕੋਈ 6 ਮਹੀਨਿਆਂ ਦਾ, ਕੋਈ ਸਾਲ ਦਾ, ਕੋਈ 2 ਸਾਲ ਦਾ ਬੱਚਾ ਖੋਹ ਕੇ ਤਾਂ ਉੱਚਾ ਸੁੱਟ ਕੇ ਤੇ ਥੱਲੇ ਨੇਜਾ ਸੂਆ ਕਰ ਦਿੰਦੇ ਸੀ। ਉਸ ਨੇਜੇ ਵਿੱਚ ਮਾਂ ਦੀਆਂ ਅੱਖਾਂ ਦੇ ਸਾਹਮਣੇ ਬੱਚਾ ਪਰੋਇਆ ਜਾਂਦਾ ਸੀ। ਧੰਨ ਉਹ ਮਾਵਾਂ ਜਿਨ੍ਹਾਂ ਨੇ ਸਾਰਾ ਕੁਝ ਜਰਿਆ। ਘਰ ਦੇ ਵਿੱਚ ਨਾ ਬੱਚੇ ਦੀ ਉਂਗਲ ਨੂੰ ਕੋਈ ਛੋਟਾ ਜਿਹਾ ਚੀਰ ਆ ਜਾਏ, ਕੁਝ ਵੱਜ ਜਾਏ ਤੇ ਮਾਂ ਦੇ ਕਾਲਜੇ ਨੂੰ ਹੌਲ ਪੈਂਦੇ ਹੈ। ਆਪਾਂ ਉਹ ਸੀਨ ਵੇਖ ਨਹੀਂ ਸਕਦੇ, ਤੱਕ ਨਹੀਂ ਸਕਦੇ। ਕਿਸੇ ਦਾ ਆਪਣਾ ਕੀ, ਦੂਜੇ ਦਾ ਬੱਚਾ ਵੀ ਇੱਦਾਂ ਸਾਹਮਣੇ ਕਰਕੇ ਤੇ ਨੇਜੇ ਵਿੱਚ ਪਰੋਇਆ ਜਾਵੇ, ਅੱਖੀਂ ਨਹੀਂ ਵੇਖਿਆ ਜਾਵੇਗਾ। ਸਿਰ ਤੋਂ ਪੈਰਾਂ ਤੱਕ ਬੰਦਾ ਡੋਲ ਜਾਵੇਗਾ, ਕੰਬ ਜਾਵੇਗਾ ਵੀ ਇਹ ਇੰਨਾ ਵੱਡਾ ਜ਼ੁਲਮ। ਪਰ ਇਹ ਹੋਇਆ ਹੈ ਸਿੱਖਾਂ ਦੇ ਨਾਲ। ਬੱਚਿਆਂ ਦੇ ਟੁਕੜੇ ਕਰ ਕਰਕੇ, ਹੱਥ ਪੈਰ ਬਾਹਾਂ ਵੱਢ ਵੱਢ ਕੇ, ਉਹਨਾਂ ਦੇ ਹਾਰ ਬਣਾ ਕੇ ਮਾਂ ਦੇ ਗਲ ਵਿੱਚ ਪਾ ਦਿੱਤੇ ਜਾਂਦੇ ਸੀ, ਸਿੱਖੀ ਛੱਡ ਦੇ। ਪਰ ਧੰਨ ਉਹ ਮਾਂ ਜਿਹਨੇ ਸਿੱਖੀ ਨਹੀਂ ਛੱਡੀ। ਪੁੱਤਰ ਦੇ ਟੁਕੜੇ ਕਰਵਾ ਕੇ ਝੋਲੀ 'ਚ ਪਵਾ ਲਏ ਪਰ ਗੁਰੂ ਦੀ ਸਿੱਖੀ ਨਹੀਂ ਛੱਡੀ। ਪਰ ਅੱਜ ਉਹ ਮਾਂ ਕੈਸੀ ਹੋਵੇਗੀ ਜਿਹੜੀ ਮਾਂ ਇਹ ਗੱਲ ਕਹਿੰਦੀ ਹੈ ਵੀ ਮੈਥੋਂ ਤੇਰੇ ਸਿਰ 'ਤੇ ਜੂੜਾ ਨਹੀਂ ਹੁੰਦਾ। ਜਾ ਨਾਈ ਦੀ ਦੁਕਾਨ 'ਤੇ ਕੇਸ ਕਤਲ ਕਰਵਾਇਆ। ਸਾਰੀਆਂ ਨਹੀਂ, ਵਿਰਲੀਆਂ ਐਸੀਆਂ ਵੀ ਹੈਗੀਆਂ ਨੇ ਜਿਹੜੀਆਂ ਆਪ ਬੱਚੇ ਨੂੰ ਲੈ ਕੇ ਜਾਂਦੀਆਂ ਨੇ। ਸੱਚ ਜਾਣਿਓ, ਜਿਹੜਾ 2-3 ਸਾਲ ਦਾ ਬੱਚਾ ਉਹ ਆਪ ਕਦੀ ਨਾਈ ਦੀ ਦੁਕਾਨ 'ਤੇ ਚੱਲ ਕੇ ਨਹੀਂ ਜਾਂਦਾ। ਉਹਨੂੰ ਉਹਦੀ ਮਾਂ ਲੈ ਕੇ ਜਾਵੇਗੀ ਜਾਂ ਉਹਦਾ ਬਾਪ ਲੈ ਕੇ ਜਾਵੇਗਾ, ਉਹਦਾ ਪਿਓ ਲੈ ਕੇ ਜਾਵੇਗਾ। ਉਹਨੂੰ ਕੀ ਪਤਾ। ਪਰ ਜਦੋਂ ਪਿਓ ਆਪ ਹੀ ਸਾਬਤ ਸੂਰਤ ਨਹੀਂ, ਉਹ ਬੱਚੇ ਨੂੰ ਕਿੱਥੋਂ ਕਹਿ ਸਕੇਗਾ। ਬੱਚੇ ਜਦੋਂ ਵੱਡੇ ਹੁੰਦੇ ਨੇ ਨਾ, ਫਿਰ ਬਾਪ ਦੇ ਸਾਹਮਣੇ ਉਹ ਜਦੋਂ ਅੱਖ ਵਿੱਚ ਅੱਖ ਪਾ ਕੇ ਗੱਲ ਕਰਦੇ ਹੈ, ਉਹ ਪਿਤਾ ਨੂੰ ਕਹਿੰਦੇ, ਪਿਤਾ ਸਾਨੂੰ ਕਹਿੰਦਾ ਕੇਸ ਰੱਖ ਲਾ ਤੇ ਆਪ ਵੀ ਸਿੱਖੀ ਕਮਾ ਲਾ ਕਿ ਇਕੱਲੀ ਮੇਰੇ ਵਾਸਤੇ ਹੈ, ਸਿੱਖੀ ਤੇਰੇ ਵਾਸਤੇ ਨਹੀਂ। ਉਦੋਂ ਬੰਦਾ ਉੱਥੇ ਜਵਾਬ ਦੇਣ ਵਾਲਾ ਨਹੀਂ ਰਹਿ ਜਾਂਦਾ। ਪੁੱਤਰ ਦੇ ਸਾਹਮਣੇ ਉਹ ਜਵਾਬ ਨਹੀਂ ਦੇ ਸਕਦਾ। ਪੁੱਤਰ ਨੂੰ ਕਹਿੰਦਾ ਵੀ ਤੂੰ ਸ਼ਰਾਬ ਨਾ ਪੀਆ ਕਰ, ਤੇ ਬਾਪੂ ਆਪ ਤਾਂ ਨੇਤੀ ਪੀਂਦਾ ਹੈ। ਕਿਵੇਂ ਉਹ ਬੱਚਿਆਂ ਨੂੰ ਸਿੱਖਿਆ ਦੇਵੇਗਾ? ਜਦੋਂ ਤੱਕ ਅਸੀਂ ਆਪਣੇ ਘਰ ਦੀ ਗੱਲ ਨਹੀਂ ਕਰਦੇ, ਸਿੱਖੀ ਦੀ ਗੱਲ ਘਰ ਤੋਂ ਸ਼ੁਰੂ ਨਹੀਂ ਹੁੰਦੀ। ਗੱਲਾਂ ਅਸੀਂ ਕਰਨੀਆਂ ਹੁੰਦੀਆਂ ਜੀ, ਪ੍ਰਚਾਰ ਨਹੀਂ ਹੋ ਰਿਹਾ। ਪਹਿਲਾਂ ਕਿਤੇ ਸਮਿਆਂ 'ਚ ਪ੍ਰਚਾਰ ਹੁੰਦਾ ਸੀ, ਜਿਹੜੀ ਸਿੱਖੀ ਇੰਨੀ ਮਜ਼ਬੂਤ ਸੀ। ਕੋਈ ਪ੍ਰਚਾਰ ਨਹੀਂ ਸੀ। ਅੱਜ ਮੀਡੀਆ ਕਿੰਨਾ ਹੈ। ਨਾ ਇਹਨੇ ਗੁਰੂ ਘਰ ਹੁੰਦੇ ਸਨ, ਨਾ ਇਹਨੇ ਕਥਾਵਾਚਕ ਹੁੰਦੇ ਸਨ, ਨਾ ਕੀਰਤਨੀਏ ਹੁੰਦੇ ਸਨ, ਨਾ ਗੁਰੂ ਗ੍ਰੰਥ ਸਾਹਿਬ ਦੇ ਨੇ ਸਵਰੂਪ ਹੁੰਦੇ ਸੀ। ਬਸ ਹਰੇਕ ਨੇ ਆਪੋ ਆਪਣਾ ਘਰ ਸਾਂਭਿਆ ਸੀ। ਸਿੱਖੀ ਉਹ ਘਰ ਤੋਂ ਸ਼ੁਰੂ ਕਰਦੇ ਸੀ, ਕਾਇਮ ਰਹਿੰਦੇ ਸੀ ਸਿੱਖੀ ਅਸੂਲਾਂ 'ਤੇ। ਪਰ ਜਦੋਂ ਅੱਜ ਪਿਤਾ ਹੀ ਸਿੱਖੀ ਅਸੂਲਾਂ ਨੂੰ ਨਹੀਂ ਧਾਰਨ ਕਰਦਾ, ਪੁੱਤਰ ਵੀ ਫਿਰ ਉਹਦੇ ਰਾਹਾਂ 'ਤੇ ਹੀ ਚੱਲਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਜਿਹੜੀ ਸਿੱਖੀ ਹੈ ਨਾ, ਇਸ ਸਿੱਖੀ ਮਾਰਗ 'ਤੇ ਚੱਲਣ ਵਾਲੇ ਨੇ ਉਹ ਆਪਣੇ ਹਿਰਦੇ ਘਰ ਦੇ ਤਖਤ ਦੇ ਉੱਤੇ ਅਡੋਲ ਰਹਿੰਦੇ ਨੇ, ਕਦੇ ਡੋਲਦੇ ਨਹੀਂ। ਜੋ ਮਰਜ਼ੀ ਹੋ ਜਾਵੇ, ਨਾ ਡੋਲ ਡੁਲਾਈਐ, ਇਸ ਡੋਲਣ ਵਾਲੀ ਮਾਇਆ ਵਿੱਚ ਪੈ ਕੇ ਕਦੇ ਡੋਲਦੇ ਨਹੀਂ ਹਨ। ਗੁਰਮੁਖ ਪੰਥ ਨਿਰੋਲ ਨਾ ਰਲੈ ਰਲਾਈਐ। ਇਹ ਜਿਹੜਾ ਗੁਰਮੁਖਾਂ ਦਾ ਪੰਥ ਹੈ, ਗੁਰਸਿੱਖਾਂ ਦਾ ਪੰਥ ਹੈ, ਇਹ ਨਿਰੋਲ, ਸਾਰਿਆਂ ਨਾਲੋਂ ਨਿਰੋਲ ਵੱਖਰਾ ਹੈ।
ਜਦੋਂ ਅਸੀਂ ਵੇਖਦੇ ਹਾਂ ਨਾ, ਸਿੱਖ ਸਾਰਿਆਂ ਨਾਲੋਂ ਨਿਰੋਲ ਵੱਖਰਾ ਹੈ। ਕੋਈ ਕਿਸੇ ਤਰੀਕੇ ਦਾ ਭੇਖ ਧਾਰਨ ਕਰੀ ਬੈਠਾ, ਕੋਈ ਕਿਸੇ ਤਰੀਕੇ ਦਾ, ਪਰ ਜੋ ਪਰਮਾਤਮਾ ਨੇ ਸਵਰੂਪ ਦਿੱਤਾ ਨਾ, ਸੱਚੇ ਪਾਤਸ਼ਾਹ ਨੇ ਸਿੱਖ ਨੂੰ ਉਹੀ ਸਵਰੂਪ ਬਖਸ਼ਿਆ ਹੈ। ਇਹ ਨਿਰੋਲ ਹੈ। ਇੱਥੇ ਜੋਗੀ ਤਨ 'ਤੇ ਸਵਾਹ ਮਲਦੇ ਹੈ, ਕੰਨ ਪੜਵਾ ਕੇ ਮੁੰਦਰਾਂ ਪਾਉਂਦੇ ਹੈ, ਕਫਣੀ ਪਾ ਲੈਂਦੇ ਹੈ, ਕੋਈ ਸਿਰ ਮੁਨਾ ਕੇ ਕੋਈ ਮੁੰਡਨ ਕਰਦਾ ਹੈ। ਪਰ ਸਿੱਖੀ ਮਾਰਗ, ਇਹ ਪੰਥ ਜਿਹੜਾ ਗੁਰਮੁਖ ਹੈ, ਇਹ ਨਿਰੋਲ ਸਭ ਤੋਂ ਵੱਖਰਾ ਹੈ। ਨਾ ਰਲੇ ਰਲਾਈਐ, ਇਹ ਰਲਾਉਣ ਦੇ ਨਾਲ ਵੀ ਕਿਸੇ ਦੇ ਵਿੱਚ ਰਲਦਾ ਨਹੀਂ, ਮਿਲਦਾ ਨਹੀਂ ਹੈ। ਭਾਈ ਜੈਤਾ ਜਦੋਂ ਸੀਸ ਲੈ ਕੇ ਆਇਆ ਸੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਨੰਦਪੁਰ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਉੱਥੇ ਹੋਰ ਕੋਈ ਸਿੱਖ ਨਹੀਂ ਸੀ। ਮਹਾਰਾਜ ਸਿੱਖ ਤਾਂ ਹੈਨ, ਪਰ ਕੋਈ ਵਿਸ਼ੇਸ਼ ਪਹਿਚਾਣ ਨਹੀਂ ਸੀ। ਕਾਰਨ ਇਹ ਸੀ, ਉਦੋਂ ਹਿੰਦੂ ਵੀ ਕੇਸਾਧਾਰੀ ਹੁੰਦੇ ਸਨ, ਉਹ ਵੀ ਪੱਗ ਬੰਨ੍ਹਦੇ ਹੁੰਦੇ ਸੀ ਸਿਰ 'ਤੇ। ਸੱਚੇ ਪਾਤਸ਼ਾਹ ਕਲਗੀਧਰ ਜੀ ਨੇ ਬਚਨ ਕਹੇ, ਇਹੋ ਜਿਹਾ ਪੰਥ ਸਾਜਾਂਗਾ, ਲੱਖਾਂ ਦੇ ਵਿੱਚ ਖਲੋਤਾ ਹੋਇਆ ਦੂਰੋਂ ਨਜ਼ਰ ਆਵੇਗਾ। ਅੱਜ ਇੱਕ ਹੀ ਕੋਈ ਗੁਰੂ ਕਾ ਪਿਆਰਾ ਅੰਮ੍ਰਿਤਧਾਰੀ ਸੀਸ 'ਤੇ ਸੋਹਣੀ ਦਸਤਾਰ ਸਜਾ ਕੇ ਲੱਖਾਂ ਦੇ ਇਕੱਠ ਵਿੱਚੋਂ ਇਕੱਲਾ ਦੂਰੋਂ ਹੀ ਨਜ਼ਰ ਆਉਂਦਾ ਹੈ। ਜੇ ਲੱਖਾਂ ਹੋਣ ਨਾ ਸਿਰ ਮੁੰਨਿਆਂ ਵਾਲੇ, ਉਹ ਦੂਰੋਂ ਹੀ ਨਜ਼ਰ ਆਵੇਗਾ। ਅਤੇ ਜੇ ਸਾਰੇ ਹੀ ਸਿੱਖ ਨੇ ਫਿਰ ਤਾਂ ਗੱਲ ਹੀ ਕੀ ਹੈ। ਫਿਰ ਤਾਂ ਸਤਿਗੁਰੂ ਪਾਤਸ਼ਾਹ ਜੀ ਦਾ ਪੰਥ ਚੜ੍ਹਦੀਆਂ ਕਲਾ ਵਿੱਚ ਹੈ। ਸੋ ਗੁਰਮੁਖ ਪੰਥ ਨਿਰੋਲ ਨਾ ਰਲੇ ਰਲਾਈਐ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਸਿੱਖਾਂ ਦਾ ਜਿਹੜਾ ਪੰਥ ਇਹ ਨਿਰੋਲ ਹੈ, ਇਹ ਸ਼ੁੱਧ ਹੈ, ਇਹ ਐਸਾ ਹੈ ਕਿਸੇ ਨਾਲ ਰਲਾਇਆ ਰਲਦਾ ਵੀ ਨਹੀਂ ਹੈ। ਕਥਾ ਅਕਥ ਅਬੋਲ ਨਾ ਬੋਲ ਬੁਲਾਈਐ। ਇਸ ਦੀ ਕਥਾ ਵਿਆਖਿਆ ਅਕਥ ਹੈ। ਜੇ ਕੋਈ ਕਵੇ ਮੈਂ ਸਿੱਖੀ ਬਾਰੇ ਜਾਂ ਗੁਰੂ ਬਾਰੇ, ਗੁਰੂ ਕੀ ਬਾਣੀ ਬਾਰੇ ਮੈਂ ਪੂਰਨ ਤੌਰ 'ਤੇ ਵਿਆਖਿਆ ਕਰ ਲਈ, ਤਾਂ ਭਾਈ ਸਾਹਿਬ ਜੀ ਕਹਿੰਦੇ ਉਹਦੀ ਭੁੱਲ ਹੈ। ਇਹ ਤਾਂ ਅਕਥ ਹੈ, ਪੂਰਨ ਤੌਰ 'ਤੇ ਇਸ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਇਹ ਕਥਨ ਤੋਂ ਰਹਿਤ ਹੈ। ਨਾ ਬੋਲ ਬੁਲਾਈਐ, ਬੋਲਿਆਂ ਬੋਲੀ ਵੀ ਨਹੀਂ ਜਾ ਸਕਦੀ ਇਹ ਸਿੱਖੀ, ਬੋਲ ਕੇ ਦੱਸੀ ਵੀ ਨਹੀਂ ਜਾ ਸਕਦੀ। ਹੁਣ ਜਿਨ੍ਹਾਂ ਨੇ ਸਿੱਖੀ ਕਮਾਈ ਹੈ, ਮਹਾਨ ਸਿੱਖ ਬਾਬਾ ਬੁੱਢਾ ਸਾਹਿਬ ਵਰਗੇ, ਕਿਤੇ ਕੋਈ ਪੂਰਨ ਤੌਰ 'ਤੇ ਥੋੜ੍ਹੀ ਦੱਸਿਆ ਜਾ ਸਕਦਾ ਬੋਲ ਕੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਤਾਂ ਸਿੱਖੀ ਦੀ ਅਵਧੀ ਕਿਹਾ ਸੀ ਵੀ ਸਿੱਖੀ ਦੀ ਹੱਦ ਹੈ। ਬਾਬਾ ਬੁੱਢਾ ਸਾਹਿਬ ਨੇ ਜਿਹੜੀ ਸਿੱਖੀ ਕਮਾਈ ਹੈ, ਹੱਦ ਦਾ ਮਤਲਬ ਹੁੰਦਾ ਜਿਵੇਂ ਕੋਈ ਕਿਸੇ ਦੇਸ਼ ਦੀ ਹੱਦ ਸੀਮਾ ਹੋਵੇ ਨਾ, ਇੱਥੋਂ ਤੱਕ ਹੀ ਹੈ, ਪਰਲੇ ਪਾਸੇ ਉਸ ਰਾਜੇ ਦਾ ਹੁਕਮ ਨਹੀਂ ਚੱਲਦਾ। ਇਹਦੇ ਤੋਂ ਪਰੇ ਸਿੱਖੀ ਹੀ ਨਹੀਂ ਹੈ ਜੋ ਬਾਬਾ ਬੁੱਢਾ ਸਾਹਿਬ ਨੇ ਕਮਾਈ, ਗੁਰੂ ਦੇ ਬਚਨ ਮੰਨੇ, ਸੇਵਾ ਸਿਮਰਨ ਕੀਤਾ ਹੈ। ਸਦਾ ਅਭੁੱਲ ਅਭੋਲ ਨਾ ਭੋਲ ਭੁਲਾਈਐ। ਜੇਕਰ ਨਿਰਪੱਖ ਹੋ ਕੇ ਵਿਚਾਰ ਕਰੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਇਹ ਸਿੱਖੀ ਜਿਹੜੀ ਹੈ ਨਾ, ਸਿੱਖੀ ਮਾਰਗ, ਇਹ ਸਦਾ ਹੀ ਭੁੱਲ ਤੋਂ ਰਹਿਤ ਹੈ। ਨਾ ਭੋਲ ਭੁਲਾਈਐ। ਇਸੇ ਤਰ੍ਹਾਂ ਇਹ ਕਦੇ ਵੀ ਸਿੱਖੀ ਮਾਰਗ ਨੂੰ ਕਮਾਉਣ ਵਾਲੇ ਉਹ ਪਦਾਰਥਾਂ ਵਿੱਚ ਪੈ ਕੇ ਕਦੇ ਸ਼ਬਦ ਨੂੰ, ਕਦੇ ਗੁਰੂ ਨੂੰ ਭੁੱਲਦੇ ਨਹੀਂ। ਭੁਲਾਇਆ ਵੀ ਭੁੱਲਣ ਵਾਲੀ ਨਹੀਂ ਹੈ। ਸਿੱਖੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਨਾ ਇਹ ਭੁੱਲਣ ਵਾਲੀ ਹੈ, ਨਾ ਇਹਨੂੰ ਛੱਡਿਆ ਜਾ ਸਕਦਾ ਹੈ। ਸੋ ਸਦਾ ਅਭੁੱਲ ਅਭੋਲ ਨਾ ਭੋਲ ਭੁਲਾਈਐ। ਅਭੁੱਲ ਪਰਮਾਤਮਾ ਹੈ। ਗੁਰਸਿੱਖੀ ਨੂੰ ਕਮਾਉਣ ਵਾਲੇ ਉਹ ਅਭੁੱਲ ਪਰਮੇਸ਼ਰ ਨੂੰ ਚੇਤੇ ਕਰਦੇ ਹੈ, ਉਹਦੇ ਨਾਮ ਦੇ ਵਿੱਚ ਆਪਣੀ ਸੁਰਤ ਜੋੜਦੇ ਹੈ। ਨਾ ਭੋਲ ਭੁਲਾਈਐ। ਅਤੇ ਸੁਗੜ ਦਾਨਿਆਂ ਦੀ ਇਹ ਗਤੀ ਵਾਲੀ ਹੈ, ਭੁਲਾਇਆ ਵੀ ਭੁੱਲਣ ਵਾਲੀ ਨਹੀਂ ਹੁੰਦੀ ਹੈ। ਐਸੀ ਗੁਰੂ ਕੀ ਇਹ ਸਿੱਖੀ ਹੈ। ਗੁਰਮੁਖ ਪੰਥ ਅਲੋਲ ਸਹਿਜ ਸਮਾਈਐ। ਇਹ ਜਿਹੜਾ ਗੁਰਮੁਖ ਪੰਥ ਹੈ, ਗੁਰਸਿੱਖੀ, ਇਹ ਅਲੋਲ, ਅਲੋਲ ਕਹਿੰਦੇ ਨੇ ਟਿਕਿਆ ਹੋਇਆ, ਸਥਿਰ, ਸਦਾ ਟਿਕਿਆ ਰਹਿਣ ਵਾਲਾ, ਸਦਾ ਸਥਿਰ ਰਹਿਣ ਵਾਲਾ ਹੈ। ਸਿੱਖੀ ਸਦਾ ਰਹਿਣ ਵਾਲੀ ਹੈ, ਇਹ ਨਹੀਂ ਮੁੱਕਣੀ। ਇਹ ਉਦੋਂ ਨਹੀਂ ਮੁੱਕੀ ਜਦੋਂ ਜੰਮਦਿਆਂ ਬੱਚਿਆਂ ਸਿੱਖਾਂ ਨੂੰ ਮਾਰ ਦਿੰਦੇ ਸੀ।
ਹੁਣ ਕਿੱਥੋਂ ਮੁੱਕ ਜਾਵੇਗੀ। ਹਾਂ ਇਹ ਹੈ ਵੀ ਕਈ ਸਿੱਖਾਂ ਵਿੱਚ, ਸਿੱਖ ਕਹਾਉਣ ਵਾਲਿਆਂ ਵਿੱਚ ਘਾਟਾਂ ਜ਼ਰੂਰ ਆਈਆਂ ਨੇ, ਪਰ ਸਿੱਖੀ ਕਦੇ ਮੁੱਕਣ ਵਾਲੀ ਨਹੀਂ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਕਦੇ ਵੀ ਮੁੱਕਣ ਵਾਲੀ ਨਹੀਂ ਹੈ, ਉਹਦੀ ਮੌਜ ਹੈ ਮਾਲਕ ਦੀ, ਤਾਂ ਇਹ ਖਾਲਸਾ ਪੰਥ ਪ੍ਰਗਟ ਹੋਇਆ ਹੈ। ਅਤੇ ਉਹਦਾ ਸਰਦਾਰ ਜਰਨੈਲ ਸਦਾ ਜਿਉਂਦਾ ਹੈ ਖਾਲਸਾ ਫੌਜ ਦਾ, ਅਤੇ ਫੌਜ ਤਾਂ ਸਦਾ ਚੜ੍ਹਦੀ ਕਲਾ ਵਿੱਚ ਰਹੇਗੀ। ਗੁਰਮੁਖ ਪੰਥ ਅਲੋਲ, ਇਹ ਗੁਰਮੁਖ ਪੰਥ ਸਦਾ ਟਿਕਿਆ ਰਹਿਣ ਵਾਲਾ ਹੈ, ਸਹਿਜ ਸਮਾਈ ਹੈ। ਅਤੇ ਗੁਰਮੁਖ ਪੰਥ ਦੇ ਉੱਤੇ ਚੱਲਣ ਵਾਲੇ ਜਿਹੜੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਨੇ, ਉਹ ਸਹਿਜ ਅਵਸਥਾ ਦੇ ਵਿੱਚ ਸਮਾਉਂਦੇ ਹੈ, ਸਹਿਜ ਪਦ ਦੇ ਵਿੱਚ ਟਿਕ ਜਾਂਦੇ ਹੈ। ਅਮਿਓ ਸਰੋਵਰ ਝੋਲ ਗੁਰਮੁਖ ਪਾਈਐ। ਅਮਿਓ ਸਰੋਵਰ ਝੋਲ, ਅਮਿਓ ਕਹਿੰਦੇ ਅੰਮ੍ਰਿਤ, ਅੰਮ੍ਰਿਤ ਸਰੋਵਰ ਸਤ ਸੰਗਤ ਰੂਪੀ ਜੋ ਅੰਮ੍ਰਿਤ ਸਰੋਵਰ ਹੈ, ਇੱਥੇ ਆ ਕਰਕੇ ਝੋਲ ਦਾ ਅਰਥ ਹੁੰਦਾ ਨਿਤਾਰਨਾ। ਜਿਵੇਂ ਪੁਰਾਣੇ ਸਮੇਂ ਵਿੱਚ ਨਾ ਸਰੋਵਰਾਂ 'ਚ ਪਾਣੀ ਹੁੰਦਾ ਸੀ, ਜਾਂ ਦਰਿਆਵਾਂ ਟੋਭਿਆਂ 'ਚ ਬੜਾ ਸਾਫ ਸੁਥਰਾ ਪਾਣੀ ਹੁੰਦਾ ਸੀ। ਪਾਣੀ ਦੇ ਉੱਤੇ ਜੇ ਝੱਗ ਆ ਜਾਂਦੀ ਸੀ, ਉਹਨੂੰ ਪਰੇ ਕਰਕੇ ਨਿਤਾਰ ਕੇ ਉਹ ਪਾਣੀ ਪੀ ਲੈਂਦੇ ਸੀ। ਨਿਰਮਲ ਜਲ ਸੀ, ਲੋਕ ਸਾਂਭ ਕਰਦੇ ਹੁੰਦੇ ਸੀ ਪਾਣੀ ਦੀ, ਪਾਣੀ ਨੂੰ ਗੰਦਾ ਮੈਲਾ ਨਹੀਂ ਸੀ ਕਰਦੇ। ਅਮਿਓ ਸਰੋਵਰ ਝੋਲ ਗੁਰਮੁਖ ਪਾਈਐ। ਗੁਰਮੁਖ ਸਹਿਜੇ ਹੀ ਅੰਮ੍ਰਿਤ ਅਕਥ ਕਥਾ ਦੇ ਸਰੋਵਰ ਨੂੰ ਝੋਲ ਝੋਲ ਪੀਂਦੇ ਹੈ, ਅਤੇ ਸਹਿਜ ਅਵਸਥਾ ਵਿੱਚ ਸਮਾ ਜਾਂਦੇ ਹੈ। ਗੁਰੂ ਦੀ ਮੱਤ ਨੂੰ ਧਾਰਨ ਕਰਦੇ ਹੈ, ਨਾਮ ਅੰਮ੍ਰਿਤ ਨੂੰ ਪੀਂਦੇ ਹੈ, ਗੁਰਮੁਖ ਪਾਈਐ, ਅਤੇ ਗੁਰੂ ਦੇ ਕੋਲੋਂ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰਦੇ ਹੈ। ਲੱਖ ਟੋਲੀ ਇੱਕ ਟੋਲ ਨਾ ਆਪ ਗਣਾਈਐ। ਭਾਈ ਸਾਹਿਬ ਨੂੰ ਪੁੱਛੀਏ ਵੀ ਗੁਰਮੁਖ ਪੰਥ ਦੇ ਉੱਤੇ ਚੱਲਣ ਵਾਲੇ, ਗੁਰਸਿੱਖੀ ਮਾਰਗ 'ਤੇ ਚੱਲਣ ਵਾਲੇ ਗੁਰਸਿੱਖਾਂ ਦੀ ਕੋਈ ਹੋਰ ਵੀ ਨਿਸ਼ਾਨੀ ਦੱਸੋ। ਲੱਖ ਟੋਲੀ ਇੱਕ ਟੋਲ ਨਾ ਆਪ ਗਣਾਈਐ। ਭਾਈ ਸਾਹਿਬ ਜੀ ਕਹਿੰਦੇ ਇਹਨਾਂ ਦੀ ਪਛਾਣ ਇਹ ਹੈ, ਲੱਖਾਂ ਹੀ ਅਮੋਲਕ ਪਦਾਰਥਾਂ ਵਰਗਾ ਪਦਾਰਥ ਇਹਨਾਂ ਦੇ ਕੋਲ ਹੈ। ਲੱਖਾਂ ਪਦਾਰਥਾਂ ਵਰਗਾ ਇੱਕ ਪਦਾਰਥ ਇਹਨਾਂ ਦੇ ਕੋਲ ਹੈ। ਟੋਲ ਕਹਿੰਦੇ ਨੇ ਪਦਾਰਥ ਨੂੰ। ਬਾਣੀ ਵਿੱਚ ਵੀ ਸਤਿਗੁਰੂ ਪਾਤਸ਼ਾਹ ਨੇ ਇਹ ਅੰਮ੍ਰਿਤ ਬਚਨ ਕਹੇ ਹੈ, ਨਾਮ ਤੋਂ ਬਿਨਾਂ ਬਾਕੀ ਜਿੰਨੇ ਪਦਾਰਥ ਨੇ ਉਹ ਸਾਰੇ ਹੀ ਖਤਮ ਹਨ, ਨਾਸ਼ ਹੋ ਜਾਣ ਵਾਲੇ। ਸਭੇ ਟੋਲ ਵਿਨਾਸ਼ ਕਿਹਾ ਹੈ। ਸੋ ਲੱਖਾਂ ਪਦਾਰਥਾਂ ਵਰਗਾ ਇੱਕੋ ਪਦਾਰਥ ਇਹਨਾਂ ਦੇ ਕੋਲ ਹੈ, ਉਹ ਇਹ ਹੈ ਨਾ ਆਪ ਗਣਾਈਏ। ਇਹ ਆਪਾ ਭਾਵ ਨਹੀਂ ਜਣਾਉਂਦੇ। ਆਪਾ ਭਾਵ ਮਤਲਬ ਹੰਕਾਰੀ ਨਹੀਂ ਬਣਦੇ, ਇਹ ਹੰਕਾਰ ਨਹੀਂ ਕਰਦੇ। ਸਿੱਖੀ ਨੂੰ ਕਈ ਵਾਰ ਇਹ ਹੁੰਦਾ ਹੈ, ਬਾਣੀ ਪੜ੍ਹਨ ਵਾਲੇ ਦੇ ਮਨ ਦੇ ਵਿੱਚ ਵੀ ਹਉਮੈ ਆ ਜਾਂਦੀ ਹੈ, ਜੀ ਮੈਂ ਤਾਂ ਰੋਜ਼ ਨਿਤਨੇਮ ਕਰਦਾ, ਬਾਣੀ ਪੜ੍ਹਦਾ, ਦੂਜਾ ਤਾਂ ਪੜ੍ਹਦਾ ਹੀ ਨਹੀਂ। ਤਾਂ ਉੱਥੇ ਉਹ ਮੈਂ ਸੂਖਸ਼ਮ ਮੈਂ ਪੈਦਾ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਸਿੱਖੀ ਨੂੰ ਕਮਾਉਣ ਵਾਲਾ, ਉਹਦੇ ਕੋਲ ਲੱਖਾਂ ਪਦਾਰਥਾਂ ਵਰਗਾ ਇੱਕੋ ਹੀ ਪਦਾਰਥ ਹੈ, ਉਹ ਇਹ ਹੈ ਨਾ ਆਪ ਗਣਾਈਏ। ਉਹ ਆਪਾ ਭਾਵ ਨਹੀਂ ਜਣਾਉਂਦਾ, ਨਿਮਰਤਾ ਦੇ ਵਿੱਚ ਰਹਿੰਦਾ ਹੈ, ਨੀਵਾਂ ਹੋ ਕੇ ਰਹਿੰਦਾ ਹੈ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਉਹ ਇਸ ਗੱਲ ਦਾ ਧਾਰਨੀ ਹੁੰਦਾ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਸਿੱਖੀ ਮਾਰਗ ਦਾ ਇੱਥੇ ਬਿਆਨ ਕੀਤਾ ਹੈ। ਸਿੱਖੀ ਅਮੋਲਕ ਹੈ, ਇਹਦੀ ਕੀਮਤ ਨਹੀਂ ਪਾਈ ਜਾ ਸਕਦੀ, ਇਹ ਮੁੱਲ ਨਹੀਂ ਮਿਲ ਸਕਦੀ। ਬਸ ਸਿੱਖੀ ਨੂੰ ਕਮਾਉਣ ਵਾਲੇ ਗੁਰੂ ਕੇ ਸਿੱਖ ਧੰਨ ਹਨ, ਧੰਨ ਹਨ ਸਿੱਖੀ। ਸੱਚੇ ਪਾਤਸ਼ਾਹ ਜੀ ਬਚਨ ਕਿਆ ਕਰਦੇ ਸਨ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਜਿਨ੍ਹਾਂ ਨੇ ਸਿੱਖੀ ਦੀ ਕਮਾਈ ਕੀਤੀ ਹੁੰਦੀ ਸੀ, ਸਤਿਗੁਰੂ ਮਿਹਰ ਕਰਨ, ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂ ਵਾਸਤੇ ਸੁਮੱਤ ਬਖਸ਼ਣੀ। ਅਮਿਓ ਸਰੋਵਰ ਝੋਲ ਗੁਰਮੁਖ ਪਾਈਐ। ਲੱਖ ਟੋਲੀ ਇੱਕ ਟੋਲ ਨਾ ਆਪ ਗਣਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ
ਸਤਿ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ